ਗੁੱਡ ਮੋਰਨਿੰਗ ਸਟੂਡੈਂਟ। ਸਾਡਾ ਅੱਜ ਦਾ ਟੌਪਿਕ ਹੈ ਸੰਵਿਧਾਨ ਸਭਾ ਅਤੇ ਭਾਰਤੀ ਸੰਵਿਧਾਨ ਦਾ ਨਿਰਮਾਣ। ਸੰਵਿਧਾਨ ਸਭਾ ਹੈ ਜੋ ਇਹ ਰਾਜਨੀਤਿਕ ਸ਼ਾਸਤਰ ਦੇ ਵਿੱਚ ਇੱਕ ਮੁੱਖ ਦੇਣ ਮੰਨੀ ਜਾਂਦੀ ਹੈ। ਸੰਵਿਧਾਨ ਸਭਾ ਦੇ ਬਾਰੇ ਵਿੱਚ ਅਲੱਗ-ਅਲੱਗ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਨੇ। ਜਿਵੇਂ ਕਿ ਪ੍ਰਸਿੱਧ ਵਿਦਵਾਨ ਡੁੱਡ ਦੇ ਅਨੁਸਾਰ ਵਿਧਾਨ ਸਭਾ ਦਾ ਭਾਵ ਇੱਕ ਪ੍ਰਤੀਨਿਧ ਸਭਾ ਤੋਂ ਹੈ, ਜਿਸ ਦਾ ਮੁੱਖ ਕੰਮ ਨਵੇਂ ਸੰਵਿਧਾਨ ਸੰਬੰਧੀ ਵਿਚਾਰ ਕਰਨਾ ਜਾਂ ਨਵੇਂ ਸੰਵਿਧਾਨ ਨੂੰ ਗ੍ਰਹਿਣ ਕਰਨਾ ਅਤੇ ਜਾਂ ਫਿਰ ਇਸ ਦੇ ਵਰਤਮਾਨ ਸੰਵਿਧਾਨ ਦੇ ਵਿੱਚ ਪਰਿਵਰਤਨ ਕਰਨਾ ਹੁੰਦਾ ਹੈ। ਜਿਵੇਂ ਕਿ ਸੰਵਿਧਾਨ ਸਭਾ ਦਾ ਇਤਿਹਾਸਿਕ ਪਿਛੋਕੜ। ਭਾਰਤ ਲਈ ਸੰਵਿਧਾਨ ਸਭਾ ਦੀ ਮੰਗ। ਰਾਸ਼ਟਰੀ ਮੰਗ ਕੀ ਸੀ? 5 ਫਰਵਰੀ 1924 ਨੂੰ ਰੰਗਾਚਾਰੀਆਂ ਨੇ ਇੱਕ ਪ੍ਰਸਤਾਵ ਕੇਂਦਰੀ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਸੀ, ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕਿ 1919 ਦੇ ਭਾਰਤ ਸਰਕਾਰ ਕਾਨੂੰਨ ਦੇ ਵਿੱਚ ਸੁਧਾਰ ਕੀਤਾ ਜਾਵੇ। ਇਸ ਦੇ ਲਈ ਕਾਫੀ ਜ਼ਿਆਦਾ ਬਹਿਸ ਹੋਈ ਤਾਂ 8 ਫਰਵਰੀ 1924 ਨੂੰ ਮੋਤੀ ਲਾਲ ਨਹਿਰੂ ਨੇ ਇੱਕ ਬਦਲਵਾਂ ਪ੍ਰਸਤਾਵ ਹੈ ਜੋ ਸਦਨ ਦੇ ਵਿੱਚ ਪੇਸ਼ ਕੀਤਾ, ਜਿਸ ਨੂੰ 18 ਫਰਵਰੀ 1924 ਨੂੰ ਬਹੁਮਤ ਦੇ ਨਾਲ ਸਵੀਕਾਰ ਕੀਤਾ ਗਿਆ। ਇਹ ਪ੍ਰਸਤਾਵ ਇੱਕ ਇਤਿਹਾਸਿਕ ਪ੍ਰਸਤਾਵ ਮੰਨਿਆ ਜਾਂਦਾ ਹੈ, ਕਿਉਂਕਿ ਇਹ ਪਹਿਲੀ ਵਾਰ ਮੰਗ ਕੀਤੀ ਗਈ ਸੀ ਕਿ ਭਵਿੱਖ ਲਈ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਭਾਰਤੀ ਲੋਕਾਂ ਦੇ ਦੁਆਰਾ ਆਪ ਕੀਤਾ ਜਾਵੇ। ਕੋਈ ਪ੍ਰਸਤਾਵ ਕਿਸੇ ਭਾਰਤੀ ਸੰਸਥਾ ਦੇ ਵੱਲੋਂ ਪਾਸ ਨਹੀਂ ਕੀਤਾ ਗਿਆ ਸੀ ਪਹਿਲਾਂ। ਇਸ ਤਰ੍ਹਾਂ ਇਹ ਪ੍ਰਸਤਾਵ ਹੈ ਜੋ ਭਵਿੱਖ ਵਿੱਚ ਸਪਸ਼ਟ ਰੂਪ ਦੇ ਵਿੱਚ ਸੰਵਿਧਾਨ ਸਭਾ ਦੀ ਮੰਗ ਦਾ ਆਧਾਰ ਬਣਿਆ। ਸਵਰਾਜ ਪਾਰਟੀ ਦੁਆਰਾ ਸੰਵਿਧਾਨ ਸਭਾ ਦੀ ਮੰਗ। ਮਾਰਚ 1933 ਦੇ ਵਿੱਚ ਬਰਤਾਨਵੀ ਸਰਕਾਰ ਨੇ ਇੱਕ ਵਾਈਟ ਪੇਪਰ ਜਾਰੀ ਕੀਤਾ ਸੀ, ਜਿਸ ਦੇ ਵਿੱਚ ਉਹ ਸੰਵਿਧਾਨਕ ਸੁਧਾਰ ਦਰਜ ਸੀ, ਜਿਨ੍ਹਾਂ ਤੋਂ ਮਗਰੋਂ 1935 ਦੇ ਭਾਰਤ ਸਰਕਾਰ ਕਾਨੂੰਨ ਦੇ ਵਿੱਚ ਇਸਨੂੰ ਸ਼ਾਮਲ ਕੀਤਾ ਗਿਆ। ਇਹ ਸੰਵਿਧਾਨਕ ਸੁਧਾਰ ਹੈ ਜੋ ਸਵਰਾਜੀਆਂ ਨੂੰ ਪ੍ਰਵਾਨ ਨਹੀਂ ਸੀ। ਇਸ ਲਈ M.A. ਅਸਾਰੀ ਦੀ ਪ੍ਰਧਾਨਗੀ ਹੇਠ ਸਵਰਾਜ ਪਾਰਟੀ ਨੇ ਆਪਣੇ ਇੱਕ ਸੰਮੇਲਨ ਦੇ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ ਗਿਆ, ਜਿਸ ਦੇ ਦੁਆਰਾ ਸਫੈਦ ਪੱਤਰ ਦੇ ਵਿੱਚ ਦਰਜ ਸੁਝਾਅ ਸੀ ਜੋ ਉਹਨਾਂ ਨੂੰ ਰੱਦ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਹ ਸੰਮੇਲਨ ਦੂਜਿਆਂ ਰਾਸ਼ਟਰਾਂ ਵਾਂਗ ਭਾਰਤ ਲਈ ਆਤਮ ਨਿਰਣੇ ਦੇ ਅਧਿਕਾਰ ਦੀ ਮੰਗ ਕਰਦਾ ਹੈ। ਇਸ ਤਰ੍ਹਾਂ ਕਾਂਗਰਸ ਕਾਰਜਕਾਰਨੀ ਸੰਮਤੀ ਦੁਆਰਾ ਸੰਵਿਧਾਨ ਸਭਾ ਦੀ ਮੰਗ। ਇਸ ਤਰ੍ਹਾਂ ਕਾਂਗਰਸ ਨੇ ਇੱਕ ਪ੍ਰਸਤਾਵ ਦੇ ਦੁਆਰਾ ਇਹ ਮੰਗ ਕੀਤੀ ਕਿ ਵਾਈਟ ਪੇਪਰ ਦਾ ਕੇਵਲ ਇੱਕ ਹੀ ਹੱਲ ਹੋ ਸਕਦਾ ਹੈ, ਜੋ ਬਾਲਗ ਮਤ ਅਧਿਕਾਰ ਦੇ ਆਧਾਰ 'ਤੇ ਜਿੱਥੋਂ ਤੱਕ ਸੰਭਵ ਹੋਵੇ ਚੁਣੀ ਗਈ ਸੰਵਿਧਾਨ ਸਭਾ ਦੇ ਦੁਆਰਾ ਬਣਾਇਆ ਜਾਵੇ। ਜਿੱਥੋਂ ਤੱਕ ਹੋ ਸਕੇ ਘੱਟ ਗਿਣਤੀ ਦੇ ਪ੍ਰਤੀਨਿਧਾਂ ਨੂੰ ਉਹਨਾਂ ਘੱਟ ਗਿਣਤੀਆਂ ਦੇ ਚੋਣਕਾਰਾਂ ਦੁਆਰਾ ਹੀ ਚੁਣਿਆ ਜਾ ਸਕੇ, ਇਸ ਦੀ ਵਿਵਸਥਾ ਜੋ ਹੋਣੀ ਚਾਹੀਦੀ ਹੈ। ਕਾਂਗਰਸ ਦਾ ਦੂਜਾ ਮਹੱਤਵਪੂਰਨ ਦਲ ਸੀ, ਜਿਸ ਨੇ ਭਾਰਤ ਦੇ ਲਈ ਸਪਸ਼ਟ ਰੂਪ ਦੇ ਵਿੱਚ ਸੰਵਿਧਾਨ ਸਭਾ ਦੀ ਮੰਗ ਕੀਤੀ। ਪਹਿਲਾਂ ਇਹ ਪ੍ਰਸਤਾਵ ਸਵਰਾਜ ਪਾਰਟੀ ਦੇ ਦੁਆਰਾ ਰੱਖਿਆ ਗਿਆ ਸੀ, ਬਾਅਦ ਦੇ ਵਿੱਚ ਕਾਂਗਰਸ ਦੇ ਦੁਆਰਾ ਜੂਨ 1934 ਦੇ ਵਿੱਚ ਪਾਸ ਕੀਤਾ ਗਿਆ। ਨੈਕਸਟ ਹੈ ਦਸੰਬਰ 1936 ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਫੈਜ਼ਪੁਰ ਵਿਖੇ ਇੱਕ ਸੰਮੇਲਨ ਹੋਇਆ ਸੀ, ਜਿਸ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਅਸੀਂ ਆਪਣੇ ਬਾਲਗ ਮਤ ਅਧਿਕਾਰ ਦੇ ਆਧਾਰ 'ਤੇ ਚੁਣੀ ਗਈ ਸੰਵਿਧਾਨ ਸਭਾ ਦੀ ਸਕਾਰਾਤਮਕ ਮੰਗ 'ਤੇ ਫਿਰ ਜ਼ੋਰ ਦਿੰਦੇ ਹਾਂ। ਇਹ ਮੰਗ ਹੈ ਜੋ ਕਾਂਗਰਸ ਨੀਤੀ ਦਾ ਮੁੱਖ ਧੁਰਾ ਹੈ ਅਤੇ ਸਾਡੀ ਚੋਣ ਮੁਹਿੰਮ ਇਸ ਦੇ ਉੱਪਰ ਆਧਾਰਿਤ ਹੋਵੇਗੀ। ਇਸ ਬਾਰੇ ਜਵਾਹਰ ਲਾਲ ਨਹਿਰੂ ਨੇ ਆਪਣਾ ਬਿਆਨ ਦਿੱਤਾ ਸੀ। ਆਪਣੀ ਇਸ ਮੰਗ ਨੂੰ ਹੋਰ ਸਪਸ਼ਟ ਕਰਦਿਆਂ ਪੰਡਿਤ ਨਹਿਰੂ ਨੇ ਕਿਹਾ ਸੀ ਕਿ ਸੰਵਿਧਾਨ ਸਭਾ ਅਜਿਹੀ ਨਹੀਂ ਹੋਣੀ ਚਾਹੀਦੀ ਜੋ ਬਰਤਾਨਵੀ ਸਰਕਾਰ ਦੇ ਦੁਆਰਾ ਬਣੇ ਜਾਂ ਬਰਤਾਨਵੀ ਸਾਮਰਾਜ ਨਾਲ ਸਾਡਾ ਕੋਈ ਸਮਝੌਤਾ ਹੋਵੇਗਾ। ਜੇਕਰ ਅਸਲ ਵਿੱਚ ਇਹ ਸੰਵਿਧਾਨ ਸਭਾ ਸਥਾਪਿਤ ਕੀਤੀ ਜਾਣੀ ਹੈ ਤਾਂ ਇਸ ਪਿੱਛੇ ਲੋਕਾਂ ਦੀ ਇੱਛਾ ਹੋਣੀ ਚਾਹੀਦੀ ਹੈ, ਭਾਵ ਕਿ ਉਹਨਾਂ ਦਾ ਸਮਰਥਨ ਹੋਣਾ ਚਾਹੀਦਾ ਹੈ। ਅਸੀਂ ਇਸ ਲਈ ਇਹਨਾਂ ਚੋਣਾਂ ਰਾਹੀਂ ਉਹ ਜਨਤਕ ਸਮਰਥਨ ਪੈਦਾ ਕਰਦੇ ਹਾਂ। ਇਸ ਮਗਰੋਂ ਸਾਡੀਆਂ ਗਤੀਵਿਧੀਆਂ ਨੇ ਜੋ ਇਸ ਦੇ ਵਿੱਚ ਕੰਮ ਕਰਨਗੀਆਂ। ਸੰਵਿਧਾਨ ਸਭਾ ਲਈ ਕੁਝ ਹੋਰ ਪ੍ਰਸਤਾਵ ਦੇ ਵਿੱਚ ਕਿਹਾ ਗਿਆ ਕਿ ਕਾਂਗਰਸ ਹੈ ਜੋ ਕਿਸੇ ਬਾਹਰਲੀ ਸ਼ਕਤੀ ਦੇ ਅਧਿਕਾਰ ਨੂੰ ਮਾਨਤਾ ਨਹੀਂ ਦੇਊਗੀ ਅਤੇ ਨਾ ਹੀ ਕਿਸੇ ਬਾਹਰਲੀ ਸ਼ਕਤੀ ਨੂੰ ਭਾਰਤ ਦੇ ਰਾਜਨੀਤਿਕ ਅਤੇ ਆਰਥਿਕ ਢਾਂਚੇ ਨੂੰ ਨਿਸ਼ਚਿਤ ਕਰਨ ਦੇ ਵਿੱਚ ਕਿਸੇ ਵੀ ਸ਼ਕਤੀ ਨੂੰ ਪ੍ਰਵਾਨ ਕਰੂਗੀ। ਇਸ ਤਰ੍ਹਾਂ ਕਾਂਗਰਸ ਹੈ ਜੋ ਇੱਕ ਵਾਸਤਵ ਲੋਕਤੰਤਰੀ ਰਾਜ ਭਾਰਤ ਦੇ ਵਿੱਚ ਆਉਂਦੀ ਸੀ, ਜਿੱਥੇ ਲੋਕਾਂ ਨੂੰ ਸਮੁੱਚੇ ਤੌਰ 'ਤੇ ਰਾਜ ਸ਼ਕਤੀ ਦਿੱਤੀ ਜਾਵੇ ਅਤੇ ਸਰਕਾਰ ਉਹਨਾਂ ਦੇ ਪ੍ਰਭਾਵਸ਼ਾਲੀ ਨਿਯੰਤਰਣ ਦੇ ਅਧੀਨ ਕੰਮ ਕਰੇ। ਇਹੋ ਜਿਹਾ ਰਾਜ ਅਜਿਹੀ ਸੰਵਿਧਾਨ ਸਭਾ ਦੇ ਦੁਆਰਾ ਹੀ ਹੋਂਦ ਵਿੱਚ ਆ ਸਕਦਾ ਹੈ ਜੋ ਬਾਲਗ ਮਤ ਅਧਿਕਾਰ ਦੇ ਆਧਾਰ 'ਤੇ ਚੁਣੀ ਗਈ ਹੋਵੇ, ਜਿਸ ਕੋਲ ਦੇਸ਼ ਦਾ ਸੰਵਿਧਾਨ ਬਣਾਉਣ ਦੀ ਸ਼ਕਤੀ ਹੋਵੇ। ਬਰਤਾਨਵੀ ਸਰਕਾਰ ਦੁਆਰਾ ਸੰਵਿਧਾਨ ਸਭਾ ਦੀ ਪੇਸ਼ਕਸ਼ ਕੀ ਸੀ? ਬਰਤਾਨੀਆ ਨੇ ਰਾਜਨੀਤਿਕ ਭਾਵਨਾ ਦੇ ਵਿਰੁੱਧ ਸਰਕਾਰ ਨੇ ਭਾਰਤੀਆਂ ਦੀ ਸੰਵਿਧਾਨ ਸਭਾ ਦੀ ਮੰਗ ਨੂੰ ਕਈ ਯੋਜਨਾਵਾਂ ਦੇ ਦੁਆਰਾ ਪ੍ਰਵਾਨ ਕਰਨ ਸੰਬੰਧੀ ਵਿਸ਼ਵਾਸ ਦਿੱਤਾ ਅਤੇ ਜੋ ਯੋਜਨਾਵਾਂ ਜਿਵੇਂ ਫਸਟ ਹੈ ਅਗਸਤ ਪੇਸ਼ਕਸ਼। 1 ਸਤੰਬਰ 1939 ਨੂੰ ਜਦੋਂ ਜਰਮਨੀ ਨੇ ਪੋਲੈਂਡ 'ਤੇ ਹਮਲਾ ਕੀਤਾ ਸੀ
ਤਾਂ ਇਸ ਹਮਲੇ ਦੇ ਵਿੱਚ ਬਰਤਾਨੀਆ ਨੂੰ ਲੱਗਿਆ ਕਿ ਸਾਨੂੰ ਬਹੁਤ ਵੱਡਾ ਖਤਰਾ ਹੋਵੇਗਾ। ਇਸ ਕਾਰਨ ਉਹਨਾਂ ਨੇ ਇੰਗਲੈਂਡ ਨੇ ਬਰਤਾਨੀਆ ਰਾਸ਼ਟਰਮੰਡਲ ਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਜਰਮਨੀ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦੇਣ। ਇੰਗਲੈਂਡ ਦੀ ਬੇਨਤੀ ਕਰਨ 'ਤੇ ਹੀ ਰਾਸ਼ਟਰਮੰਡਲ ਦੇ ਅਨੇਕਾਂ ਦੇਸ਼ਾਂ ਦੇ ਸੰਸਦ ਦੇ ਯੁੱਧ ਵਿੱਚ ਸ਼ਾਮਲ ਹੋਣ ਦੇ ਲਈ ਘੋਸ਼ਣਾ ਕੀਤੀ ਗਈ, ਜਿਨ੍ਹਾਂ ਦੇ ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਲੋਕਾਂ ਦੀ ਸਲਾਹ ਲਏ ਬਿਨਾਂ ਜਾਂ ਰਾਜਨੀਤਿਕ ਦਲ ਦੀ ਸਲਾਹ ਲਏ ਬਿਨਾਂ ਹੀ ਉਹਨਾਂ ਨੂੰ ਜੰਗ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ, ਜਿਸ ਕਾਰਨ ਕਾਂਗਰਸੀ ਕਾਰਜਕਾਰਨੀ ਸਮਿਤੀ ਨੇ ਇੱਕ ਪ੍ਰਸਤਾਵ ਪਾਸ ਕੀਤਾ, ਜਿਸ ਦੇ ਵਿੱਚ ਭਾਰਤ ਨੂੰ ਜੰਗ ਦੇ ਵਿੱਚ ਸ਼ਾਮਲ ਕਰਨ ਦੇ ਲਈ ਵਿਰੋਧ ਹੈ ਜੋ ਉਸ ਦੇ ਸੰਬੰਧੀ ਰੋਸ ਪ੍ਰਗਟਾਇਆ ਗਿਆ। ਇਸ ਦੇ ਵਿੱਚ ਰੋਸ ਪ੍ਰਗਟਾਉਣ ਦੇ ਲਈ ਸਾਰੇ ਕਾਂਗਰਸੀ ਮੰਤਰੀ ਮੰਡਲ ਨੂੰ ਤਿਆਗ ਪੱਤਰ ਦੇਣ ਦੇ ਲਈ ਵੀ ਕਿਹਾ ਗਿਆ, ਜਿਸ ਦੇ ਅਧੀਨ 8 ਪ੍ਰਾਂਤਾਂ ਦੇ ਵਿੱਚ ਕਾਂਗਰਸੀ ਮੰਤਰੀ ਮੰਡਲ ਨੇ ਤਿਆਗ ਪੱਤਰ ਦੇ ਦਿੱਤੇ ਅਤੇ 1935 ਦੇ ਐਕਟ ਦੇ ਅਧੀਨ ਪ੍ਰਾਂਤਾਂ ਦੇ ਗਵਰਨਰ ਨੇ ਸੰਵਿਧਾਨ ਦੀ ਅਸਫਲਤਾ ਦੀ ਘੋਸ਼ਣਾ ਕਰਕੇ ਉਹਨਾਂ ਪ੍ਰਾਂਤਾਂ ਦੀ ਵੀ ਸ਼ਾਸਨ ਦੀ ਵਾਂਗਡੋਰ ਹੈ ਜੋ ਖੁਦ ਸੰਭਾਲ ਲਈ ਸੀ। ਅਗਸਤ ਪੇਸ਼ਕਸ਼ ਵਿੱਚ ਸੰਵਿਧਾਨ ਸਭਾ ਸੰਬੰਧੀ ਸੁਝਾਅ। ਭਾਰਤੀ ਉਸ ਜੰਗ ਦੇ ਵਿੱਚ ਸ਼ਾਮਲ ਨਾ ਹੋਏ, ਜਿਸ ਕਰਕੇ ਜੋ ਅੰਗਰੇਜ਼ ਲੋਕ ਗੁੱਸੇ ਦੇ ਵਿੱਚ ਆ ਗਏ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਸਾਥ ਦੀ ਲੋੜ ਸੀ। ਇਸ ਲਈ ਉਹਨਾਂ ਨੇ ਕੁਝ ਕਦਮ ਉਠਾਏ, ਜਿਸ ਨੂੰ ਕਿ ਅਗਸਤ ਪੇਸ਼ਕਸ਼ ਕਿਹਾ ਜਾਂਦਾ ਹੈ। ਇਸ ਦੇ ਵਿੱਚ ਵਾਇਸਰਾਏ ਨੇ ਕਿਹਾ ਸੀ ਕਿ ਵਰਤਮਾਨ ਸਥਿਤੀ ਵਿੱਚ ਕੋਈ ਪਰਿਵਰਤਨ ਕਰਨਾ ਸੰਭਵ ਨਹੀਂ ਹੈ। ਯੁੱਧ ਦੀ ਸਮਾਪਤੀ ਤੋਂ ਮਗਰੋਂ ਬਰਤਾਨਵੀ ਸਰਕਾਰ ਇੱਕ ਕਮੇਟੀ ਬਣਾਵੇਗੀ, ਜਿਸ ਦੇ ਵਿੱਚ ਭਾਰਤੀ ਲੋਕਾਂ ਦੇ ਸਭ ਵਰਗਾਂ ਅਤੇ ਹਿੱਤਾਂ ਦੇ ਪ੍ਰਤੀਨਿਧ ਨੇ ਜੋ ਸ਼ਾਮਲ ਹੋਣਗੇ। ਨੈਕਸਟ ਹੈ ਕ੍ਰਿਪਸ ਸੁਝਾਅ। ਇਸ ਦੇ ਵਿੱਚ 1940 ਦੀ ਅਗਸਤ ਪੇਸ਼ਕਸ਼ ਦੇ ਵਿੱਚ ਕਾਂਗਰਸ ਤੇ ਮੁਸਲਿਮ ਲੀਗ ਦੋਹਾਂ ਦੇ ਵੱਲੋਂ ਪ੍ਰਵਾਨ ਨਾ ਕੀਤੀ ਗਈ, ਜਿਸ ਦੇ ਕਾਰਨ ਬਾਅਦ ਦੇ ਵਿੱਚ ਇਹ ਕ੍ਰਿਪਸ ਸੁਝਾਅ ਹੈ ਜੋ ਹੋਂਦ ਦੇ ਵਿੱਚ ਆਇਆ। 11 ਮਾਰਚ 1942 ਨੂੰ ਘੋਸ਼ਣਾ ਕੀਤੀ ਕਿ ਭਾਰਤ ਦੇ ਸੰਵਿਧਾਨਕ ਸਮੱਸਿਆ ਨੂੰ ਸੁਲਝਾਉਣ ਦੇ ਲਈ ਬਰਤਾਨਵੀ ਮੰਤਰੀ ਮੰਡਲ ਨੇ ਸਰ ਕ੍ਰਿਪਸ ਨੂੰ ਭਾਰਤ ਭੇਜਣ ਦਾ ਨਿਰਣਾ ਕੀਤਾ ਅਤੇ ਉਹਨਾਂ ਨੇ ਗੱਲਬਾਤ ਕਰਨ ਦੇ ਮਗਰੋਂ ਹੀ ਭਾਰਤ ਦੀ ਰਾਜ ਸਮੱਸਿਆ ਨੂੰ ਹੱਲ ਕਰਨ ਦੇ ਲਈ ਇੱਕ ਸੁਝਾਅ ਦਿੱਤਾ। ਇਸ ਕਰਕੇ ਇਸ ਸੁਝਾਅ ਨੂੰ ਹੀ ਕ੍ਰਿਪਸ ਸੁਝਾਅ ਦਾ ਨਾਮ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਯੁੱਧ ਦੀ ਸਮਾਪਤੀ ਤੋਂ ਮਗਰੋਂ ਭਾਰਤ ਦੇ ਨਵੇਂ ਸੰਵਿਧਾਨ ਦਾ ਨਿਰਮਾਣ ਕਰਨ ਲਈ ਇੱਕ ਸੰਵਿਧਾਨ ਸਭਾ ਸਥਾਪਿਤ ਕੀਤੀ ਜਾਊਗੀ। ਇਸ ਸੰਵਿਧਾਨ ਸਭਾ ਦੇ ਵਿੱਚ ਬਰਤਾਨਵੀ ਭਾਰਤ ਦੇ ਪ੍ਰਾਂਤਾਂ ਅਤੇ ਭਾਰਤੀ ਰਿਆਸਤਾਂ ਦੇ ਪ੍ਰਤੀਨਿਧ ਨੇ ਜੋ ਸ਼ਾਮਲ ਹੋਣਗੇ। ਬਰਤਾਨਵੀ ਭਾਰਤ ਦੇ ਪ੍ਰਾਂਤਾਂ ਦੇ ਪ੍ਰਤੀਨਿਧ ਵਿਧਾਨ ਮੰਡਲ ਦੇ ਹੇਠਲੇ ਸਦਨ ਭਾਵ ਵਿਧਾਨ ਸਭਾ ਦੇ ਮੈਂਬਰਾਂ ਦੇ ਦੁਆਰਾ ਚੁਣੇ ਜਾਣਗੇ ਅਤੇ ਭਾਰਤੀ ਰਿਆਸਤਾਂ ਦੇ ਪ੍ਰਤੀਨਿਧ ਉਹਨਾਂ ਦੇ ਹਾਕਮਾਂ ਦੇ ਦੁਆਰਾ ਨਾਮਜ਼ਦ ਕੀਤੇ ਜਾਣਗੇ। ਇਸ ਤਰ੍ਹਾਂ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਹੈ ਚੁਣਨ ਵਾਲੇ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦਾ 10ਵਾਂ ਹਿੱਸਾ ਹੋਵੇਗੀ। ਥੈਂਕ ਯੂ।